किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਅੱਜ ਐਨਟੀਟੀ ਦੇ ਜਿਸ ਟੌਪਿਕ ਦੀ ਐਮਸੀਕਿਊ ਡਿਸਕਸ਼ਨ ਲੈ ਕੇ ਆਏ ਹਾਂ ਉਹ ਹੈ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਜੋ ਲੇਟੈਸਟ ਪਾਲਿਸੀ ਹੈ ਤੇ ਨਾਲ ਹੀ ਇਨਕਲੂਸਿਵ ਐਜੂਕੇਸ਼ਨ, ਕਿਉਂਕਿ ਇਹਨਾਂ ਦੋਨਾਂ ਦੀਆਂ ਕਲਾਸਿਸ ਰੈਗੂਲਰ ਹੋ ਮਤਲਬ ਲਾਸਟ ਦਿਨ ਤੁਹਾਡੀਆਂ ਅਪਲੋਡ ਕਰ ਦਿੱਤੀਆਂ ਗਈਆਂ ਸੀਗੀਆਂ ਕੋਰਸ ਦੇ ਵਿੱਚ, ਤਾਂ ਇਸ ਕਰਕੇ ਦੋਨਾਂ ਦੀ ਇਕੱਠੀ ਜਿਹੜੀ ਹੈਗੀ ਆ ਪ੍ਰੈਕਟਿਸ ਜਾਂ ਡਿਸਕਸ਼ਨ ਅਸੀਂ ਅੱਜ ਲੈ ਕੇ ਆਏ ਹਾਂ। ਪਹਿਲਾਂ ਜਿਨ੍ਹਾਂ ਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਸਾਡੇ ਕੋਲ ਜਿਹੜਾ ਫਰਸਟ ਕੁਐਸਚਨ ਆ ਹੈ NEP 2020 ਇਜ਼ NEP 20 ਹੈ ਜਿਹੜੀ ਨੈਸ਼ਨਲ ਐਜੂਕੇਸ਼ਨ ਆਫ ਪਾਲਿਸੀ 2020 ਵਾਲੀ ਹੈ ਜਿਹੜੀ ਇਹ ਕਿੰਨਵੀਂ ਪਾਲਿਸੀ ਆ, ਮਤਲਬ ਇਹ ਆ ਪਹਿਲੀ ਆ, ਦੂਜੀ ਆ ਜਾਂ ਤੀਜੀ ਆ, ਤੇ ਸਾਡੇ ਕੋਲ ਆਨਸਰ ਕੀ ਹੈ ਜੀ, ਇਹ ਸਾਡੇ ਕੋਲ ਕਿੰਨਵੀਂ ਪਾਲਿਸੀ ਹੈ, ਥਰਡ। ਠੀਕ ਹੈ, ਇਹ ਆਪਣੇ ਕੋਲ ਥਰਡ ਪਾਲਿਸੀ ਆ। ਪਹਿਲੀ ਪਾਲਿਸੀ ਕਿਹੜੀ ਸੀ 1968 ਵਾਲੀ, ਦੂਜੀ 1986 ਵਾਲੀ ਤੇ ਤੀਜੀ 2020 ਵਾਲੀ ਜੋ ਲੇਟੈਸਟ ਪਾਲਿਸੀ ਆ। who headed the committee was set up for NEP 2020 ਜਿਹੜੀ NEP 2020 ਪਾਲਿਸੀ ਬਣੀ ਆ ਉਹਦੀ ਲਈ ਜੋ ਕਮੇਟੀ ਗਠਿਤ ਕੀਤੀ ਗਈ ਸੀ ਉਹਨਾਂ ਦੀ ਪ੍ਰਧਾਨਗੀ ਕੌਣ ਕਰ ਰਿਹਾ ਸੀਗਾ, ਤੇ ਇਹਨਾਂ ਦੀ ਪ੍ਰਧਾਨਗੀ ਕਰ ਰਹੇ ਸੀਗੇ ਕਸਤੂਰੀ ਰੰਗਨ। ਠੀਕ ਹੈ ਜੀ, ਜਿਹੜੇ ਕੋਠਾਰੀ ਸੀ ਦੌਲ ਸਿੰਘ ਕੋਠਾਰੀ 1968 ਦੀ ਪਾਲਿਸੀ ਦੀ ਪ੍ਰਧਾਨਗੀ ਕਰ ਰਹੇ ਸੀਗੇ, ਤੇ ਸਵਰਨ ਸਿੰਘ ਸੀਗੇ ਜਿਹੜੇ ਸਾਡੇ ਫੰਡਾਮੈਂਟਲ ਡਿਊਟੀਜ਼ ਨੇ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਉਸ ਜੋ ਉਹਦੇ ਲਈ ਕਮੇਟੀ ਗਠਿਤ ਕੀਤੀ ਗਈ ਸੀ ਉਹਨਾਂ ਦੀ ਚੇਅਰਮੈਨਸ਼ਿਪ ਸਵਰਨ ਸਿੰਘ ਕੋਲ ਸੀ। which is recommended by NEP 2020 for RTE right to education ਦੇ ਲਈ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਦੇ ਅੰਡਰ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਆ। ਦੇਖੋ ਹੁਣ ਤੱਕ ਜਿਹੜੀ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਉਮਰ ਸੀਗੀ ਉਹ ਸੀਗੀ 6 ਤੋਂ ਲੈ ਕੇ 14 ਸਾਲ ਤੱਕ, ਪਰ ਇਹਨੇ ਰਿਕਮੈਂਡ ਕੀਤਾ ਕਿ ਜਿਹੜੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਆ ਉਹਦੇ ਚ 3 ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਸ਼ਾਮਲ ਕੀਤੀ ਜਾਏ। ਠੀਕ ਹੈ ਜੀ, ਏਜ ਆਫ ECC ਅੰਡਰ NEP 2020 ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਦੇ ਅਨੁਸਾਰ ECC ਦੀ ਉਮਰ ਕਿੰਨੀ ਕੀਤੀ ਗਈ ਆ, ਤਾਂ ECC ਦੀ ਉਮਰ ਜੀ ਇਹਦੇ ਚ 0 ਤੋਂ 8 ਸਾਲ ਕਰ ਦਿੱਤੀ ਗਈ ਆ। ਹੁਣ ਤੱਕ ਜਿਹੜੀ ਪਾਲਿਸੀ ਸੀ ਸਾਡੇ ਕੋਲ ਉਹਦੇ ਚ ਕਿੰਨੀ ਏਜ ਸੀਗੀ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੀ, ਉਹ ਏਜ ਸੀਗੀ ਸਾਡੇ ਕੋਲ 0 ਤੋਂ ਲੈ ਕੇ 6 ਸਾਲ ਤੱਕ। ਠੀਕ ਹੈ ਜੀ, ਤਾਂ ਜਿਹੜੀ ਨਵੀਂ ਪਾਲਿਸੀ ਹੈ ਜਦੋਂ ਇਹ ਲਾਗੂ ਹੋ ਜੂਗੀ ਪ੍ਰੋਪਰ ਇੰਪਲੀਮੈਂਟ ਕਰ ਦਿੱਤੀ ਜਾਊਗੀ ਤਾਂ ਉਤੋਂ ਸਾਡੀ ECC ਦੀ ਜਿਹੜੀ ਉਮਰ ਹੈਗੀ ਉਹ ਵੀ 0 ਤੋਂ 8 ਸਾਲ ਤੱਕ ਐਡ ਹੋ ਜਾਏਗੀ। ਸਟਰਕਚਰ ਆਫ ਐਜੂਕੇਸ਼ਨ ਅੰਡਰ NEP 2020 ਤਾਂ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਦੇ ਅੰਡਰ ਸਿੱਖਿਆ ਸਰਚਨਾ ਕੀ ਆ, ਸਾਡੇ ਕੋਲ ਜਿਹੜੀ ਸਿੱਖਿਆ ਸਰਚਨਾ ਐਡ ਕੀਤੀ ਗਈ ਹੈਗੀ ਆ 5+3+3+4। ਠੀਕ ਹੈ ਜੀ, ਇਹ ਚ ਜਿਹੜੀ ਸਾਡੇ ਕੋਲ 5 ਰੱਖਿਆ ਗਿਆ ਹੈ, 5 ਰੱਖਿਆ ਗਿਆ ਹੈ ਆਪਣੇ ਕੋਲ 5 ਰੱਖੀ ਗਈ ਹੈਗੀ ਆ ਫਾਊਂਡੇਸ਼ਨ ਸਟੇਜ, ਜਿਹਦੇ ਵਿੱਚ ਹੀ ਐਡ ਕਰ ਦਿੱਤੀ ਜਾਊਗੀ ਸਾਡੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤੇ ਫਰਸਟ ਗ੍ਰੇਡ ਐਂਡ ਸੈਕੰਡ ਗ੍ਰੇਡ। ਉਸ ਤੋਂ ਅਗਲੇ ਜਿਹੜੇ 3 ਸਾਲ ਨੇ ਉਹ ਪ੍ਰੈਪਰੇਟਰੀ ਸਟੇਜ ਦੇ ਵਿੱਚ ਕੰਸੀਡਰ ਕੀਤੇ ਜਾਣਗੇ, ਕਲਾਸ 3rd 4th ਤੇ 5th। ਉਸ ਤੋਂ ਅਗਲੀ ਜਿਹੜੇ 3 ਸਾਲ ਨੇ ਉਹਦੇ ਚ 6th ਤੋਂ ਲੈ ਕੇ 8th ਤੱਕ, ਤੇ ਉਸ ਤੋਂ ਅਗਲੇ 4 ਸਾਲਾਂ ਦੇ ਵਿੱਚ 8th 9th 10th 11th ਤੇ 12th। ਠੀਕ ਹੈ ਜੀ, 9th ਤੋਂ ਲੈ ਕੇ ਜਿਹੜੀਆਂ ਬਾਕੀ ਕਲਾਸਿਸ ਨੇ ਉਹਦੇ ਚ ਐਡ ਕੀਤੀਆਂ ਜਾਣਗੀਆਂ ਸਾਡੀ ਟੌਪ ਜਿਹੜੀ ਹੈਗੀ ਆ 4 ਦੇ ਵਿੱਚ। ਠੀਕ ਹੈ ਜੀ, ਤਾਂ ਜਿਹੜੀਆਂ ਸਾਡੀਆਂ ਸ਼ੁਰੂਆਤੀ ਸਟਰਕਚਰ ਆ ਉਹ ਕੀ ਕੀਤਾ ਗਿਆ ਹੈਗਾ ਨਿਸ਼ਚਿਤ 5+3+4। ਠੀਕ ਹੈ ਜੀ, ਦੈਨ ਆਪਣੇ ਕੋਲ which is not right about NEP 2020 NEP 2020 ਦੇ ਬਾਰੇ ਚ ਕਿਹੜਾ ਸਹੀ ਨਹੀਂ ਆ। ਪਹਿਲਾਂ ਤਾਂ NCPC PFECC। ਠੀਕ ਹੈ ਜੀ, ਨੈਸ਼ਨਲ ਕਰਿਕੂਲਮ ਐਂਡ ਪੈਡਾਗੋਜੀ ਫਰੇਮ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਠੀਕ ਹੈ, ਜਿਹੜੀ ਇਹ ਵਾਲੀ ਟਰਮ ਆ ਮਤਲਬ ਕੀ ਹੈ ਕਮੇਟੀ ਜਾਂ ਇਸ ਕਹੀਏ ਇੱਕ ਜਿਹੜੀ ਹੈਗਾ ਸੈਟਅਪ ਕੀਤੀ ਜਾਊਗੀ ਏਜੰਸੀ ਜਿਹੜੀ ਕੀ ਦੇਖੂਗੀ ਬੱਚਿਆਂ ਦੇ ਰਾਈਟਸ ਨੂੰ, ਬੱਚਿਆਂ ਦੇ ਐਜੂਕੇਸ਼ਨ ਨੂੰ ਇਹਦਾ ਧਿਆਨ ਰੱਖੂਗੀ। ਠੀਕ ਹੈ, ਏਜ ਆ ਜਿਹੜੀ ECC ਦੇ ਵਿੱਚ ਮਤਲਬ अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ ਉਹ 3 ਤੋਂ 8 ਕਰ ਦਿੱਤੀ ਗਈ ਆ, ਇਹ ਵੀ ਬਿਲਕੁਲ ਠੀਕ ਆ। ਟਾਰਗੇਟ ਅਚੀਵ ਜਿਹੜਾ ਕਰਨਾ ਸੀ ਇਹ ਬਿਲਕੁਲ ਗਲਤ ਆ, ਕਿਉਂਕਿ ਇਹਨੂੰ ਇਸ ਟਾਰਗੇਟ ਨੂੰ ਅਚੀਵ ਕਰਨ ਦਾ ਟਾਈਮ 2030 ਤੱਕ ਰੱਖਿਆ ਗਿਆ। ਇਹਦੇ ਅੰਡਰ 3rd 5th ਤੇ 8th ਤੱਕ ਜਿਹੜਾ ਪਰਖ ਕਰਨ ਦੇ ਲਈ ਜਾਣੀ ਕਿ ਮੁਲਾਂਕਣ ਕਰਨ ਦੇ ਲਈ ਪਰਖ ਨਾਂ ਦੀ ਜਿਹੜੀ ਇੱਕ ਪੈਨ ਸਿਸਟਮ ਇੰਟਰੋਡਿਊਸ ਕੀਤਾ ਜਾਊਗਾ ਇੰਡੀਆ ਦੇ ਵਿੱਚ। ਠੀਕ ਹੈ ਜੀ, ਤਾਂ ਜਿਹੜੀ ਸਾਡੇ ਚ ਟਾਰਗੇਟ ਆ ਉਹ ਗਲਤ ਆ, ਕਿਉਂਕਿ ਟਾਰਗੇਟ ਦੇ ਲਈ ਜਿਹੜਾ ECC ਦਾ ਟਾਰਗੇਟ ਆ ਉਹ ਪੂਰਾ ਕਰਨ ਦੀ ਉਮੀਦ ਰੱਖੀ ਗਈ ਹੈ 2025 ਤੱਕ, ਤੇ
ECC ਤੋਂ ਲੈ ਕੇ ਜਿਹੜਾ ਪੂਰਾ ਇੰਡੀਆ ਦੇ ਵਿੱਚ ਵੱਡੇ ਲੈਵਲ ਤੇ ਲਾਗੂ ਕਰਨਾ, ਮਤਲਬ 12th ਤੱਕ ਲਾਗੂ ਕਰਨਾ, ਤਾਂ ਉਹਦੇ ਲਈ ਰੱਖੀ ਗਈ ਹੈਗੀ ਆ 1230 ਤੱਕ। ਠੀਕ ਹੈ, 10 ਸਾਲ ਦਾ ਸਮਾਂ ਦਿੱਤਾ ਗਿਆ। National Education Policy 2020 recommend midday meal start at the age of, ਮਿਡ ਡੇ ਮੀਲ ਕਿਹੜੀ ਏਜ ਤੋਂ ਸਟਾਰਟ ਹੋਊਗਾ, ਕਿਉਂਕਿ ਹੁਣ ਹੈਗਾ 6 ਤੋਂ ਮਿਲ ਰਿਹਾ ਨਾ, 6 ਸਾਲ ਦੇ ਬੱਚੇ ਤੋਂ ਮਿਲਣਾ ਸ਼ੁਰੂ ਹੋ ਜਾਂਦਾ, ਕਿਉਂਕਿ 6 ਸਾਲ ਤੋਂ ਹੀ ਸਾਡੀ ਫਸਟ ਕਲਾਸ ਸਟਾਰਟ ਹੁੰਦੀ ਸੀ, ਪ੍ਰਾਇਮਰੀ ਐਜੂਕੇਸ਼ਨ ਸਟਾਰਟ ਹੁੰਦੀ ਸੀ, ਹੁਣ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹਿੱਸਾ ਬਣ ਜਾ ਰਹੀ ਆ, ਤੇ ਇਸ ਕਰਕੇ ਜਿਹੜੀ ਸਾਡੀ ਮਿਡ ਡੇ ਮੀਲ ਸਕੀਮ ਹੈਗੀ ਉਹ ਵੀ 3 ਸਾਲ ਤੋਂ ਹੀ ਬੱਚੇ ਦੇ ਉੱਪਰ ਲਾਗੂ ਹੋਣੀ ਸ਼ੁਰੂ ਹੋ ਜਾਏਗੀ। ਦੈਨ ਹੈਗਾ ਆਪਣੇ ਕੋਲ ਸਮਾਵੇਸ਼ੀ ਸਿੱਖਿਆ ਦੇ ਨਾਲ ਇਨਕਲੂਸਿਵ ਐਜੂਕੇਸ਼ਨ ਦੇ ਨਾਲ। ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਕੀ ਹੁੰਦਾ, ਜਿੱਥੇ ਸਾਰੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਹੋਣ, ਉਹਨਾਂ ਨੂੰ ਇੱਕੋ ਹੀ ਸਕੂਲ ਦੇ ਵਿੱਚ ਇੱਕੋ ਹੀ ਛੱਤ ਥੱਲੇ ਪੜਾਇਆ ਜਾਂਦਾ, ਇੱਕੋ ਟੀਚਰ ਵੱਲੋਂ, ਸੇਮ ਕਰਿਕੂਲਮ, ਐਵਰੀਥਿੰਗ ਸੇਮ। ਠੀਕ ਹੈ, ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਬੱਚੇ ਸ਼ਾਮਲ ਹੁੰਦੇ ਆ? ਡਿਸੇਬਲ, ਬਿਲਕੁਲ, ਨਾਰਮਲ ਵੀ, ਸਧਾਰਨ ਬੱਚੇ ਵੀ, ਬਿਲਕੁਲ, ਸਪੈਸ਼ਲ ਬੱਚੇ ਵੀ ਜੀ। ਠੀਕ ਹੈ, ਤਾਂ ਸਾਡੇ ਕੋਲ ਇੱਥੇ ਆਪਸ਼ਨ ਹੈ all of these, मतलब कि सारे ही ਇਹਦੇ ਵਿੱਚ सम्मिलित ਕੀਤੇ ਜਾਂਦੇ ਆ। which of following not talk about inclusive education, ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹਨੇ ਕਿ inclusive education ਦੀ ਗੱਲ ਨਹੀਂ ਕੀਤੀ? ਸਲਮੈਂਕਾ ਸਟੇਟਮੈਂਟ 1994 ਦੇ ਵਿੱਚ ਗੱਲ ਕੀਤੀ ਗਈ ਹੈ ਇੰਟਰਨੈਸ਼ਨਲ ਲੈਵਲ ਦੇ ਉੱਪਰ inclusive education ਨੂੰ ਲੈ ਕੇ। NEP 1986 ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜੀ ਇਨਕਲੂਸਿਵ ਐਜੂਕੇਸ਼ਨ ਉਹਨੂੰ ਇੰਪਲੀਮੈਂਟ ਕਰਨ ਦੀ ਗੱਲ ਕਹੀ ਗਈ ਆ। ਪ੍ਰੋਜੈਕਟ ਆਫ ਇੰਟੀਗ੍ਰੇਟਡ ਐਜੂਕੇਸ਼ਨ ਫॉर ਡਿਸੇਬਲ ਦੇ ਵਿੱਚ ਵੀ ਗੱਲ ਕੀਤੀ ਗਈ ਹੈ ਇਨਕਲੂਸਿਵ ਐਜੂਕੇਸ਼ਨ ਦੀ। ਪੈਰਿਸ ਸਮਿਟ ਦੇ ਵਿੱਚ ਨਹੀਂ ਕੀਤੀ ਗਈ, এনवायरमेंट ਦੇ ਨਾਲ ਸਮਿਟ ਸੀ। ਠੀਕ ਹੈ ਜੀ। SEN ਸਟੈਂਡਸ ਫॉर, SEN ਦਾ ਮਤਲਬ ਹੁੰਦਾ ਸਪੈਸ਼ਲ ਐਜੂਕੇਸ਼ਨ ਨੀਡ। ਠੀਕ ਹੈ, ਸਪੈਸ਼ਲ ਨੀਡਸ ਵਾਲੇ ਜਿਹੜੇ ਬੱਚੇ ਨੇ, ਐਜੂਕੇਸ਼ਨ ਨੀਡਸ ਵਾਲੇ ਬੱਚੇ ਨੇ, ਉਹਨਾਂ ਨੂੰ ਅਸੀਂ ਡਿਸਕ੍ਰਾਈਬ ਕਰਦੇ ਹਾਂ SEN ਦੇ ਵਿੱਚ। ਠੀਕ ਹੈ, ਨੈਕਸਟ ਆਪਣੇ ਕੋਲ ਇਨਕਲੂਸਿਵ ਐਜੂਕੇਸ਼ਨ। ਠੀਕ ਹੈ, ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਹੈ? ਜਿੱਥੇ ਸਭ ਤਰ੍ਹਾਂ ਦੇ ਬੱਚਿਆਂ ਨੂੰ ਇੱਕੋ ਹੀ ਛੱਤ ਦੇ ਥੱਲੇ, ਇੱਕੋ ਹੀ এনवायरमेंट ਦੇ ਵਿੱਚ ਇਕੱਠਿਆਂ ਹੀ ਟੀਚ ਕੀਤਾ ਜਾਂਦਾ। ਠੀਕ ਹੈ ਜੀ, ਮਤਲਬ ਸ਼ਾਮਲ ਕੀਤਾ ਜਾਂਦਾ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਰੁਕਾਵਟ ਦੇ, ਸਭ ਬੱਚਿਆਂ ਨੂੰ ਇੱਕੋ ਹੀ ਸਕੂਲ ਦੇ ਵਿੱਚ, ਇੱਕੋ ਹੀ ਕਲਾਸ ਦੇ ਵਿੱਚ ਸ਼ਾਮਲ ਕਰਦੇ ਹਾਂ, ਤਾਂ ਉਹਨੂੰ ਅਸੀਂ ਆਖਦੇ ਹਾਂ ਇਨਕਲੂਸਿਵ ਐਜੂਕੇਸ਼ਨ। ਠੀਕ ਹੈ ਜੀ, ਇੱਥੇ ਸਾਡੇ ਕੋਲ ਕੁਐਸਚਨ ਆ 11th, ਇਨਕਲੂਸਿਵ ਐਜੂਕੇਸ਼ਨ ਹੈ, ਠੀਕ ਹੈ, ਕੀ ਹੈ ਇਹਦੇ ਬਾਰੇ ਸਹੀ ਸਟੇਟਮੈਂਟ ਦੱਸੋ। ਤਾਂ ਆਪਣੇ ਕੋਲ ਜਿਹੜੀ ਇਨਕਲੂਸਿਵ ਐਜੂਕੇਸ਼ਨ ਹੈ ਉਹ ਕੀ ਹੈ? ਸੈਲੀਬ੍ਰੇਟਿੰਗ ਡਾਇਵਰਸਿਟੀ ਇਨ ਦਾ ਕਲਾਸਰੂਮ, ਜਮਾਤ ਵਿੱਚ ਅਸੀਂ ਭਿੰਨਤਾਵਾਂ ਨੂੰ ਰਿਸੋਰਸ ਦੇ ਤੌਰ ਤੇ ਮੰਨਦੇ ਹਾਂ, ਸੈਲੀਬ੍ਰੇਟ ਕਰਦੇ ਹਾਂ। ਇਨਕਰੇਜ ਸਟ੍ਰਿਕਟ ਐਡਮਿਸ਼ਨ ਪ੍ਰੋਸੀਜਰ, ਇਹ ਬਿਲਕੁਲ ਗਲਤ ਆ, ਕਿਉਂਕਿ ਇਹਦੇ ਵਿੱਚ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਅਸੀਂ ਸਖਤ ਨਹੀਂ ਹੋਣਾ ਹੁੰਦਾ, ਬਿਲਕੁਲ ਵੀ ਐਡਮਿਸ਼ਨ ਨੂੰ ਲੈ ਕੇ ਬੱਚਿਆਂ ਦੇ ਸਖਤ ਨਹੀਂ ਹੋਣਾ ਹੁੰਦਾ। ਇਨਕਲੂਜ਼ ਟੀਚਰ ਵਿਦ ਮਾਰਜਨਲਾਈਜ਼ਡ ਗਰੁੱਪਸ। ਠੀਕ ਹੈ, ਮਾਰਜਨਲਾਈਜ਼ਡ ਜਿਹੜੇ ਗਰੁੱਪਸ ਨੇ, ਜਿਵੇਂ ਵਿਮਨਸ ਹੋ ਗਈਆਂ, ST SC ਗਰੁੱਪਸ ਹੋ ਗਏ, ਜਾਂ ਕੋਈ ਘੱਟ ਗਿਣਤੀ ਵਾਲੀ ਜਿਹੜੀ ਵੀ ਲੋਕ ਨੇ ਨਾ, ਜਿਹਨਾਂ ਦੀ ਘੱਟ ਗਿਣਤੀ ਹੈਗੀ ਆ, ਮਾਈਨੋਰਿਟੀਜ਼ ਨੇ, ਤਾਂ ਉਹ ਸਾਰੇ ਚ ਸ਼ਾਮਲ ਕੀਤੇ ਜਾਂਦੇ ਆ ਨਾ। ਸੌਰੀ, ਇਹਦੇ ਚ ਕਿ ਇਨਕਲੂਡ ਟੀਚਰ ਵਿਦ ਮਾਰਜਨਲਾਈਜ਼ਡ ਗਰੁੱਪ, ਮਤਲਬ ਸਿਰਫ ਮਾਰਜਨਲਾਈਜ਼ਡ ਗਰੁੱਪ ਦੇ ਨਾਲ ਹੁੰਦਾ ਨਹੀਂ, ਇਹ ਚ ਸਾਰੇ ਹੀ ਸਧਾਰਨ ਹਰ ਤਰ੍ਹਾਂ ਦਾ ਗਰੁੱਪ ਹੀ ਇਨਵੋਲਵ ਕੀਤਾ ਜਾਂਦਾ। ਪਰ ਇੱਥੇ ਸਾਡੇ ਕੋਲ ਜਿਹੜੀ ਬੈਸਟ ਸਟੇਟਮੈਂਟ ਆ ਕਿ ਸੈਲੀਬ੍ਰੇਟਿੰਗ ਡਾਇਵਰਸਿਟੀ ਇਨ ਕਲਾਸਰੂਮ, ਜਮਾਤ ਭਿੰਨਤਾ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ ਜੀ। then ਹੈਗਾ dash education is approach to educate all children who are at risk for neglect in education। ਠੀਕ ਹੈ, ਐਜੂਕੇਸ਼ਨ ਡੈਸ਼ ਐਜੂਕੇਸ਼ਨ ਉਹ ਅਪਰੋਚ ਆ ਜਿਹਦੇ ਚ ਉਹਨਾਂ ਬੱਚਿਆਂ ਨੂੰ ਐਜੂਕੇਟ ਕੀਤਾ ਜਾਂਦਾ ਜਿਨ੍ਹਾਂ ਨੂੰ ਇਹ ਡਰ ਆ ਕਿ ਉਹ ਬੇਧਿਆਨੇ ਨਾ ਹੋ ਜਾਣ। ਠੀਕ ਹੈ, ਜਿਨ੍ਹਾਂ ਨੂੰ ਸੁਸਾਇਟੀ ਦੇ ਵਿੱਚੋਂ ਬੇਧਿਆਨੇ ਕੀਤਾ ਜਾ ਸਕਦਾ, ਤਾਂ ਉਹ ਟਰਮ ਸਾਡੀ ਕਿਹਦੇ ਲਈ ਯੂਜ਼ ਹੁੰਦੀ ਆ? ਇਨਕਲੂਸਿਵ ਐਜੂਕੇਸ਼ਨ ਦੇ ਲਈ। ਠੀਕ ਹੈ ਜੀ। then ਆਪਣੇ ਕੋਲ ਕੁਐਸਚਨ, ਨੈਕਸਟ ਕੁਐਸਚਨ ਆਪਣੇ ਕੋਲ, ਦਾ ਟਰਮ ਡਿਸੇਬਲਡ ਰੈਫਰਸ ਟੂ, ਅਸਮਰੱਥ ਬੱਚੇ ਹਨ। ਕਿਹੜੇ ਬੱਚਿਆਂ ਨੂੰ ਅਸਮਰੱਥ ਬੱਚਿਆਂ ਦੀ ਕੈਟਾਗਰੀ ਦੇ ਵਿੱਚ ਅਸੀਂ ਰੱਖਦੇ ਹਾਂ? ਤਾਂ ਸਾਡੇ ਕੋਲ ਫਸਟ ਹੈਗੀ ਹੈ, ਫਸਟ ਸਟੇਟਮੈਂਟ ਆਪਣੇ ਕੋਲ, the term disabled refer to all children with sensories, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਪ੍ਰੋਪਰ ਵਰਕ ਨਹੀਂ ਕਰਦੀਆਂ, ਜਾਂ ਫਿਜ਼ੀਕਲ ਇੰਪੇਅਰਮੈਂਟ, ਜਾਂ ਸਰੀਰਕ ਤੌਰ ਤੇ ਠੀਕ ਨਹੀਂ ਹੈਗੇ। all children with emotional difficulties, ਜਿਨ੍ਹਾਂ ਨੂੰ ਮਾਨਸਿਕ ਤੌਰ ਤੇ, ਭਾਵਾਤਮਕ ਤੌਰ ਤੇ ਡਿਫਿਕਲਟੀਜ਼ ਆ, ਜਾਂ ਇੰਟੈਲੈਕਚੁਅਲ ਦਿਮਾਗੀ ਤੌਰ ਤੇ, ਬੌਧਿਕ ਤੌਰ ਤੇ ਇੰਪੇਅਰਮੈਂਟ ਆ, ਤਾਂ ਅਸੀਂ ਇਹਨਾਂ ਦੋਨੇ ਤਰ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਇਹਦੇ ਚ ਕਰਦੇ ਹਾਂ। ਠੀਕ ਹੈ ਜੀ, ਹਰ ਤਰ੍ਹਾਂ ਦਾ ਬੱਚਾ ਜਿਹੜਾ ਹੈਗਾ ਉਹ ਐਡ ਕੀਤਾ ਜਾਂਦਾ ਹੈਗਾ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਅੰਡਰ ਡਿਸੇਬਲ ਟਰਮ। ਠੀਕ ਹੈ ਜੀ। ਵਿਚ ਆਫ ਫੋਲੋਇੰਗ ਇਨਕਲੂਡ PWD, PWD ਐਕਟ 1995 ਦੇ ਵਿੱਚ ਬਣਿਆ ਸੀ, ਪਰਸਨ ਵਿਦ ਡਿਸੇਬਿਲਿਟੀ। ਇਹਦਾ ਪੂਰਾ ਨਾਮ ਹੈਗਾ ਇਕੁਅਲ ਅਪਰਚੂਨਿਟੀ ਪ੍ਰੋਟੈਕਸ਼ਨ ਆਫ ਰਾਈਟ ਐਂਡ ਫੁੱਲ ਪਾਰਟਿਸਿਪੇਸ਼ਨ। ਤਾਂ ਸਾਡੇ ਕੋਲ ਆਨਸਰ ਹੈ D।
which of following technique includes in pre-primary education school? ਤਾਂ ਇਹਨਾਂ ਚੋਂ ਕਿਹੜੀ ਟੈਕਨੀਕ ਆ ਜਿਹਦੇ ਵਿੱਚ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਪ੍ਰੀ ਪ੍ਰਾਇਮਰੀ ਸਕੂਲ ਇਨਕਲੂਸਿਵ ਸਕੂਲਸ ਬਣਾ ਸਕਦੇ ਆ ਨਾ। ਜੇ ਕੋਈ ਵੀ ਸਕੂਲ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਇਨਕਲੂਸਿਵ ਬਣਾਉਣ ਦੀ ਸਕੀਮ ਆ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸਕੀਮ, ਕਿਹੜੀ ਟੈਕਨੀਕ ਤੁਸੀਂ ਐਜ਼ ਅ ਟੀਚਰ ਅਡਾਪਟ ਕਰ ਸਕਦੇ ਹੋ? ਬਡੀ ਸਿਸਟਮ ਹੁੰਦਾ ਜਿਸ ਚ ਪੀਅਰ ਗਰੁੱਪ ਇੱਕ ਦੂਜੇ ਦੇ ਨਾਲ ਮਿਲ ਕੇ ਪੜ੍ਹਦਾ। ਐਕਟੀਵਿਟੀ ਬੇਸਡ, ਛੋਟਾ ਬੱਚਾ ਤਾਂ ਉਹਨੂੰ ਤੁਸੀਂ ਐਕਟੀਵਿਟੀਜ਼ ਦੇ ਰਾਹੀਂ ਹੀ ਇਨਕਲੂਡ ਕਰਕੇ ਸਾਰੇ ਬੱਚਿਆਂ ਨੂੰ, ਬੇਸ਼ੱਕ ਉਹ ਸਧਾਰਨ ਬੱਚੇ ਨੇ, ਬੇਸ਼ੱਕ ਉਹ ਖਾਸ ਲੋੜਾਂ ਵਾਲੇ ਬੱਚੇ ਨੇ, ਸਭ ਨੂੰ ਇਕੱਠੇ ਕਰੋਗੇ। ਮਲਟੀ ਸੈਂਸਰੀ ਮਤਲਬ ਜਿਹਦੇ ਵਿੱਚ ਇੱਕ ਤੋਂ ਜ਼ਿਆਦਾ ਸੈਂਸ ਬੱਚਾ ਯੂਜ਼ ਕਰ ਰਿਹਾ, ਤੇ ਇਹਨਾਂ ਸਾਰੀਆਂ ਅਪਰੋਚਸ ਨੂੰ ਤੁਸੀਂ ਅਡਾਪਟ ਕਰਦੇ ਹੋ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ। ਠੀਕ ਹੈ ਜੀ, ਤਾਂ ਇਹ ਸਾਡੀ ਅੱਜ ਦੀ ਕਲਾਸ ਦੀ ਡਿਸਕਸ਼ਨ, ਇਹ MCQs ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਸੀਗੇ ਗਰੁੱਪ ਦੇ ਵਿੱਚ। ਠੀਕ ਹੈ, ਤਾਂ ਨੈਕਸਟ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ MCQs ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।